Students, good evening to all. जल्दी जल्दी नोटबुक निकाल लो। ਅੱਜ ਆਪਾਂ सुपर प्रॉफिट का एक क्वेश्चन होर करना है। स्टूडेंट्स कह रहे हैं कि सानू एक अद्धा क्वेश्चन होर करवा दो। आप करते हैं जी। ऑन April 1st 2020 an existing firm had assets of rupees 75,000 including cash rupees 5,000. The partner's capital account showed a balance of rupees 60,000 and reserve constituted the rest, right? After this, if the normal rate of return बेटा जी नोटबुक निकाल लो, नालों नाल लिखते जाओ। 10%। नॉर्मल रेट कितना है? 10%। एंड गुडविल ऑफ द फर्म valued at rupees 24,000 at 4 years purchase of super profit. Find the average profit of the firm. Find average profit of the firm. बेटा जी ये बड़ा ही वधिया क्वेश्चन है, अलग तरह का है। ਇਹੋ ਜਿਹੇ क्वेश्चन सानू एग्जाम में आते हैं। सानू कहता है कि एवरेज प्रॉफिट ऑफ द फर्म कैलकुलेट करो। ਇਹ ਕਹਿੰਦੇ ਵਿੱਚ होर नवी चीज़ की दी हुई है कि सानू एसेट्स दिते हुए ने। कैपिटल इंप्लाइड इज नॉट गिवन इन दी स्टेटमेंट। फर्स्ट ऑफ ऑल वी विल कैलकुलेट कैपिटल इंप्लॉयड। इत्थे कैपिटल इंप्लॉयड नहीं हैगी। याद रखना स्टूडेंट्स, कैपिटल इंप्लॉयड किवें निकलदी है। कैपिटल इंप्लॉयड का एक नाम होर भी है। की नाम है? नैट एसेट्स। नैट एसेट्स किंदे इक्वल होंदे ने? एसेट्स माइनस लाइबिलिटीज। भुलना नहीं, चंगी तरह याद रख लो, बड़ा ही वधिया है क्वेश्चन। हुण साडे कोल एसेट दिते हुए ने 75,000 जिंदे विच कैश भी इंक्लूड है। ये डिवीजन दे कैश भी है 75,000, लेकिन लाइबिलिटीज़ हैगियां ही नहीं, निल ने। -0 इज इक्वल टू 75,000। इन दिस स्टेटमेंट, फर्स्ट ऑफ ऑल when we start the question, first of all we will calculate capital employed. Another name of capital employed is net assets. Net asset is equal to assets minus liability. Here liability is not given, so that's why total assets amount rupees 75,000 will be capital employed. After this
ਗੁੱਡਵਿਲ ਸਾਡੇ ਕੋਲ ਦਿੱਤੀ ਹੋਈ ਹੈ, ਅਸੀਂ ਕੀ ਲਿਖਾਂਗੇ? ਗੁੱਡਵਿਲ ਇਜ਼ ਇਕੁਅਲ ਟੂ ਸੁਪਰ profits multiply by 4 years purchase, that is given 4 years purchased। ਅਸੀਂ ਹੁਣ ਇੱਥੇ ਵੈਲਿਊਜ਼ ਪੁੱਟ ਕਰਾਂਗੇ। ਦੇਖੋ ਗੁੱਡਵਿਲ ਸਾਡੇ ਕੋਲ ਗਿਵਨ ਨੇ, ਧਿਆਨ ਨਾਲ ਸਮਝੋ। ਇਹੋ ਜਿਹੇ ਕੁਐਸਚਨ ਥੋੜ੍ਹੇ ਜਿਹੇ ਟਿਪੀਕਲ ਹੁੰਦੇ ਨੇ ਜਿਹੜੇ ਐਗਜ਼ਾਮ ਵਿੱਚ ਬੜੇ ਆਉਂਦੇ ਨੇ। ਗੁੱਡਵਿਲ ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ, ਕਿੰਨੀ ਦਿੱਤੀ ਹੋਈ ਹੈ ਜੀ? 24,000। ਤਾਂ ਅਸੀਂ ਲਿਖਾਂਗੇ 24,000। ਹੁਣ ਇਸ ਤੋਂ ਬਾਅਦ ਦੇਖੋ ਜੀ ਸਾਨੂੰ ਕੀ ਦਿੱਤਾ ਹੋਇਆ ਹੈ ਤੇ ਕੀ ਨਹੀਂ ਦਿੱਤਾ ਹੋਇਆ। ਸੁਪਰ ਪ੍ਰੋਫਿਟ ਇਜ਼ ਨਾਟ ਗਿਵਨ, ਗੁੱਡਵਿਲ ਦਿੱਤੀ ਹੋਈ ਹੈ, ਅਸੀਂ ਕੀ ਲਿਖਾਂਗੇ? ਸੁਪਰ ਪ੍ਰੋਫਿਟਸ ਮਲਟੀਪਲਾਈ ਬਾਈ 4। ਤਾਂ ਸੁਪਰ ਪ੍ਰੋਫਿਟ ਕਿੰਨੇ ਬਰਾਬਰ ਆ ਜਾਏਗਾ? ਸੁਪਰ ਪ੍ਰੋਫਿਟ ਵਿਲ ਬੀ 24,000 divided by 4, it will be 6,000। 6,000 ਆ ਗਿਆ ਜੀ, ਰਾਈਟ। ਹੁਣ ਇਸ ਤੋਂ ਬਾਅਦ ਅਸੀਂ ਨਿਕਾਲਣਾ ਕੀ ਚਾਹੁੰਦੇ ਹਾਂ? ਸਾਡੇ ਕੋਲ ਕੈਪੀਟਲ ਇੰਪਲਾਈਡ ਹੈਗੀ, ਅਸੀਂ ਕੈਲਕੂਲੇਟ ਕਰ ਲਈ। ਨੋਰਮਲ ਰੇਟ ਆਫ ਰਿਟਰਨ ਵੀ ਦਿੱਤਾ ਹੋਇਆ 10%। ਤਾਂ ਅਸੀਂ ਇਸ ਰਾਹੀਂ ਪਹਿਲਾਂ ਨੋਰਮਲ ਪ੍ਰੋਫਿਟ ਨਿਕਾਲਾਂਗੇ ਜੀ। ਤਾਂ ਵੀ ਵਿਲ ਕੈਲਕੂਲੇਟ ਫਸਟ ਆਫ ਆਲ ਨੋਰਮਲ ਪ੍ਰੋਫਿਟ। ਤਾਂ ਅਸੀਂ ਦੇਖਾਂਗੇ ਕਿ ਨੋਰਮਲ ਪ੍ਰੋਫਿਟ ਕਿੰਨੇ ਬਰਾਬਰ ਹੈ। ਤਾਂ ਲਿਖਾਂਗੇ ਨੋਰਮਲ ਪ੍ਰੋਫਿਟ ਇਜ਼ ਇਕੁਅਲ ਟੂ ਕੈਪੀਟਲ ਇੰਪਲਾਈਡ। ਬੇਟਾ ਧਿਆਨ ਨਾਲ ਸਮਝੋ, ਬੜਾ ਹੀ ਵਧੀਆ ਕੁਐਸਚਨ ਨੇ, ਇੰਟਰਸਟਿੰਗ ਹੈ, ਕਰਨ ਨਾਲ ਦਿਮਾਗ ਵਧੇਗਾ। ਇਨਟੂ ਨੋਰਮਲ ਰੇਟ ਮਲਟੀਪਲਾਈ ਡਿਵਾਈਡਡ ਬਾਈ 100। ਤਾਂ ਵੈਲਿਊ ਪੁੱਟ ਕਰਾਂਗੇ। ਕੈਪੀਟਲ ਇੰਪਲਾਈਡ ਹੈ 75,000 ਦੀ, ਨੋਰਮਲ ਰੇਟ ਹੈ 10%। ਤਾਂ ਸਾਡੇ ਕੋਲ ਨੋਰਮਲ ਪ੍ਰੋਫਿਟ ਆ ਗਿਆ 7500, 7,000 ਤੇ 500। ਸਾਡੇ ਕੋਲ ਨੋਰਮਲ ਪ੍ਰੋਫਿਟ ਵੀ ਆ ਗਿਆ, ਸੁਪਰ ਪ੍ਰੋਫਿਟ ਵੀ ਆ ਗਿਆ। ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸੁਪਰ ਪ੍ਰੋਫਿਟ ਦਾ ਫਾਰਮੂਲਾ ਕੀ ਹੁੰਦਾ ਹੈ, ਸਾਨੂੰ ਯਾਦ ਹੈ। ਅਸੀਂ ਲਿਖਾਂਗੇ ਸੁਪਰ ਪ੍ਰੋਫਿਟ ਇਜ਼ ਇਕੁਅਲ ਟੂ ਐਵਰੇਜ ਪ੍ਰੋਫਿਟ ਜਾਂ ਐਕਚੁਅਲ ਐਵਰੇਜ ਪ੍ਰੋਫਿਟ, ਆਪਾਂ ਪਹਿਲਾਂ ਕਰਦੇ ਰਹੇ ਹਾਂ, ਮਾਈਨਸ ਨੋਰਮਲ ਪ੍ਰੋਫਿਟਸ, ਹੁਣ ਸਾਨੂੰ ਕੀ ਕੀ ਦਿੱਤਾ ਹੋਇਆ ਹੈ? ਸੁਪਰ ਪ੍ਰੋਫਿਟ 6,000 ਗਿਵਨ ਨੇ, ਐਵਰੇਜ ਪ੍ਰੋਫਿਟ ਅਸੀਂ ਨਿਕਾਲਣੇ ਨੇ, ਦੈਟ ਇਜ਼ ਨਾਟ ਗਿਵਨ। ਨੋਰਮਲ ਪ੍ਰੋਫਿਟ ਅਸੀਂ 7500 ਨਿਕਾਲ ਹੀ ਲਿਆ। ਤੇ ਅਸੀਂ ਫਿਰ ਕੀ ਲਿਖਾਂਗੇ ਜੀ? ਐਵਰੇਜ ਪ੍ਰੋਫਿਟ ਵਿਲ ਬੀ 6,000 ਪਲੱਸ 7500, ਇੱਧਰ ਆ ਕੇ ਪਲੱਸ ਹੋ ਜਾਏਗਾ। ਤਾਂ ਟੋਟਲ ਕਿੰਨਾ ਆ ਗਿਆ? 13,500। ਬੜਾ ਹੀ ਵਧੀਆ ਕੁਐਸਚਨ ਹੈ, ਤੁਸੀਂ ਇਹਨੂੰ ਨੋਟਬੁੱਕ 'ਤੇ ਜ਼ਰੂਰ ਕਰਨਾ ਹੈ। ਸਾਡੇ ਕੋਲ ਪੁੱਛਿਆ ਗਿਆ ਸੀ ਕਿ ਐਵਰੇਜ ਪ੍ਰੋਫਿਟ ਦੀ ਵੈਲਿਊ ਨਿਕਾਲੋ, ਤਾਂ ਅਸੀਂ ਐਵਰੇਜ ਪ੍ਰੋਫਿਟ ਨਿਕਾਲ ਲਿਆ। ਬੇਟਾ ਜੀ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਆਪ ਜੀ ਨੇ ਧਿਆਨ ਨਾਲ ਕਰਨਾ ਹੈ, ਨੋਟਬੁੱਕ 'ਤੇ ਇਸ ਨੂੰ ਨੋਟ ਕਰ ਲਓ। ਇਹ ਸੀ ਸਾਡੇ ਕੋਲ ਸੈਕਿੰਡ ਮੈਥਡ ਦਾ ਲਾਸਟ ਕੁਐਸਚਨ। ਜੇਕਰ ਤੁਹਾਨੂੰ ਅੱਜ ਤੋਂ ਬਾਅਦ ਕੋਈ ਮੈਸੇਜ ਨਾ ਵੀ ਆਏ ਤਾਂ ਧਿਆਨ ਰੱਖਣਾ, ਹਰ ਰੋਜ਼ 8 ਵਜੇ ਕਲਾਸ ਲੱਗਦੀ ਏ। ਜਿਨ੍ਹਾਂ ਬੱਚਿਆਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਕਰਕੇ ਰੱਖ ਲਓ, ਤਾਂ ਕਿ ਤੁਸੀਂ ਜਿਵੇਂ ਹੀ ਚਲਾਓਗੇ ਤਾਂ ਤੁਹਾਨੂੰ 8 ਵਜੇ ਲਾਈਵ ਕਲਾਸ ਮਿਲੇਗੀ। ਇਸ ਵਾਸਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਿਆ ਕਰੋ। ਤੁਸੀਂ ਲੈਕਚਰ ਨੂੰ ਲਾਈਕ ਨਹੀਂ ਕਰਦੇ, ਲਾਈਕ ਜ਼ਰੂਰ ਕਰਿਆ ਕਰੋ। ਸਬਸਕ੍ਰਾਈਬ ਕਰਨ ਦੇ ਨਾਲ ਆਪ ਜੀ ਨੂੰ ਇਹ ਸਾਰਾ ਕੁਝ ਜੋ ਵੀ ਨਵੀਂ ਚੀਜ਼ ਆਏਗੀ ਉਹ ਮਿਲਦਾ ਰਹੇਗਾ। ਹੁਣ ਤੱਕ ਅਸੀਂ 2 ਮੈਥਡ ਕਰ ਲੈਣੇ ਗੁੱਡਵਿਲ ਨੂੰ ਕੈਲਕੂਲੇਟ ਕਰਨ ਦੇ। ਇੱਕ ਕੀਤਾ ਹੈ, ਉਸ ਦਾ ਨਾਮ ਹੈ ਐਵਰੇਜ ਪ੍ਰੋਫਿਟ ਮੈਥਡ, ਰਾਈਟ। ਦੂਸਰਾ ਕਿਹੜਾ ਕੀਤਾ ਹੈ ਜੀ ਅਸੀਂ? ਸੁਪਰ ਪ੍ਰੋਫਿਟ ਮੈਥਡ, ਓਕੇ। ਐਂਡ ਟੂਡੇ ਵੀ ਵਿਲ ਸਟਾਰਟ ਏ ਨਿਊ ਮੈਥਡ ਨੇਮਡ, ਉਸਦਾ ਨਾਮ ਹੈ ਜੀ ਥਰਡ ਵਨ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਸਾਡੇ ਕੋਲ ਜਿਹੜਾ ਤੀਸਰਾ ਮੈਥਡ ਹੈ ਉਸਦਾ ਨਾਮ ਕੀ ਹੈ? ਕੈਪੀਟਲਾਈਜੇਸ਼ਨ ਮੈਥਡ। ਥਰਡ ਵਨ ਇਜ਼
capitalization method. There are three methods to calculate the value of goodwill. Today, students, today we will start which method named, कौन सा मेथड स्टार्ट करेंगे जी? कैपिटलाइजेशन मैथड। बेटा जी कैपिटलाइजेशन मैथड ਦੇ ਵਿੱਚ ਅੱਗੇ ਦੋ ਪਾर्ट ਨੇ। वन है कैपिटलाइजेशन ऑफ एवरेज प्रॉफिट। की है? कैपिटलाइजेशन, नोटबुक ते जरूर लिखो, कैपिटलाइजेशन ऑफ एवरेज प्रॉफिट्स method, and second one is capitalization of super profit method. Capitalization of super profits, नोट कर लो बई मैथड। ਹੁਣ ਅਸੀਂ ਜਿਹੜੇ ਆ ਦੋ ਮੈਥਡ ਕਰ ਲੈਣੇ ਨਾ, ਐਵਰੇਜ ਪ੍ਰੋਫਿਟ ਤੇ ਸੁਪਰ ਪ੍ਰੋਫਿਟ, ਇਹਨਾਂ ਦੋਨਾਂ ਨੂੰ ਹੁਣ ਅਸੀਂ ਕੈਪੀਟਲਾਈਜ਼ ਕਰਿਆ ਕਰਾਂਗੇ ਇਹਨਾਂ ਦੀ ਵੈਲਿਊ ਨੂੰ। ਔਰ ਕਿਹੜੇ ਮੈਥਡ ਦੇ ਵਿੱਚ? ਕੈਪੀਟਲਾਈਜੇਸ਼ਨ ਮੈਥਡ ਦੇ ਵਿੱਚ। ਬੇਟਾ ਜੀ ਬੜਾ ਹੀ ਆਸਾਨ ਹੈ, ਧਿਆਨ ਨਾਲ ਸਮਝੋ, ਕੁਝ ਹੋਰ ਨਹੀਂ ਸੋਚਣਾ। ਹੁਣ ਮੈਸੇਜ ਨਹੀਂ ਪੜ੍ਹਨੇ, ਮੈਸੇਜ ਵਾਲੇ ਪਾਸੇ ਨਹੀਂ ਜਾਣਾ, ਧਿਆਨ ਦੇ ਨਾਲ ਮੈਂ ਕੁਐਸਚਨ ਕਰਾ ਰਿਹਾ ਜਿਹੜਾ। ਹੁਣ ਨੈਕਸਟ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਾਡੇ ਕੋਲ ਗਿਵਨ ਹੈ कि एक्चुअल एवरेज प्रॉफिट एक गिवन है। एक्चुअल एवरेज प्रॉफिट्स गिवन ने, उन्हों की अमाउंट है 72,000, राइट। नंबर 2 ते गिवन ने नॉर्मल रेट ऑफ रिटर्न, नॉर्मल रेट ऑफ रिटर्न दैट इज 10%। माय डियर स्टूडेंट्स ध्यान नाल समझना, नाल दी नाल सानू एसेट्स भी दिते हुए ने। एसेट्स की वैल्यू दी हुई है 9 लाख और 70,000 एंड लाइबिलिटीज़ दी हुई ने। लाइबिलिटीज़ की वैल्यू है प्यारे विद्यार्थियों 4 लाख रुपया, राइट। हुण सानू कहंदा कि ये कहंदा कि कैलकुलेट गुडविल अकॉर्डिंग टू द कैपिटलाइजेशन ऑफ एवरेज प्रॉफिट। की कहता है? कैलकुलेट वैल्यू ऑफ गुडविल अकॉर्डिंग टू कैपिटलाइजेशन ऑफ एवरेज प्रॉफिट मेथड। एवरेज प्रॉफिट मेथड माय डियर स्टूडेंट्स वेरी ईजी, बहुत आसान है। आओ असी इस नूं समझण दी कोशिश करिए। तो इसका सल्यूशन की है? मैं हुणे जे तुहानूं दस्सिया सी कि सारिਆਂ ਤੋਂ ਪਹਿਲਾਂ ਆਪਾਂ की निकालांगे? कैपिटल इंप्लाइड। कैपिटल इंप्लाइड किंदे बराबर हुंदी है? ਆਪਾਂ लास्ट क्वेश्चन विच भी कीता है कि कैपिटल इंप्लाइड ਜਾਂ ਇਹਦਾ दूसरा नाम की है? नैट एसेट्स। ਅਸੀਂ ਇਸ ਨੂੰ नैट वर्थ भी कह ਲੈਂਦੇ ਆ। याद रखना ये बुक किसी भी बुक में ये सारिया चीज़ां नहीं दित्तियां होंदियां, नालों नाल नोट कर लिया करो। कैपिटल इंप्लाइड का दूजा नाम की है? नैट एसेट या नैट वर्थ। किंदे बराबर होंदे ने? एसेट्स माइनस लाइबिलिटीज़। हुण तक ना जी असी जिहड़े पिछे क्वेश्चन करते रहे उनदे विच सानू कैपिटल इंप्लाइड गिवन होया करदी सी, और जिहड़ी कैपिटल इंप्लाइड स्टूडेंट्स गिवन सी, असी उस कैपिटल इंप्लाइड गिवन तो की करिया करदे सी कि सीधा ही कैपिटल इंप्लाइड नूं लिख दिंदे सी। हुण असी इत्थे कैपिटल इंप्लाइड निकालांगे। कैपिटल इंप्लाइड जदों निकालांगे तो असी वैल्यूज़ पुट करांगे। एसेट्स किन्ने दिते हुए ने? 9,70,000 दे। लाइबिलिटीज़ प्यारे विद्यार्थियों किन्नियां ने? 4 लाख दियाँ। 970 विचों 4 लाख जाएगा जदों साडे कोल, तो बाकी किन्ना रह जाएगा जी? 5,70,000। पहला साडे कोल कैपिटल इंप्लाइड गिवन होया करदी सी, हुण असी कैपिटल इंप्लाइड आप निकाल रहे हैं। बस इन्ना ही फर्क है। हुण आफ्टर दिस असी की करना है?
स्टूडेंट्स ध्यान देने वाली गल है कि असी इस नूं इस तो बाद किवें कैलकुलेट करना है। हुण असी की करिया करांगे, कैपिटलाइज्ड वैल्यू निकालिया करांगे। की करिया करांगे, लिखिया करांगे कैपिटलाइज्ड वैल्यू ऑफ एवरेज प्रॉफिट्स। ये की हुंदी है, मैं आप जी नूं समझांदा हाँ। पहला लिख लईए तो लिखांगे एवरेज प्रॉफिट्स इनटू 100/10 उल्ट करना है इत्थे। हुण कैपिटलाइज्ड वैल्यू ऑफ एवरेज प्रॉफिट अगा कीए प्यारे विद्यार्थियों, इस क्वेश्चन दे विच सानू एक तो नॉर्मल रेट दिता होया है दैट इज़ 10%, और इस दे नाल नाल सानू एक्चुअल एवरेज प्रॉफिट दिता होया है ते नाल कैपिटल इंपलाइड दिती हुई है। ठीक है जी। कैपिटल इंपलाइड जी वो साड़ी 5,70,000 रुपया है। हुण सानू कहंदा है कि जिहड़ा एवरेज प्रॉफिट होया है ना, सानू एवरेज प्रॉफिट जिहड़ा होया है दैट इज़ एक्चुअल एवरेज प्रॉफिट वो है 72,000 रुपए का। कहंदा है जेकर तुसी 72,000 रुपया लगाया है तो असी ये निकालना है कि उनकी कैपिटलाइज्ड वैल्यू कितनी होगी। कैपिटलाइज वैल्यू का मतलब कि तुसी किन्ने पैसे लगाए तो तुहानू 72,000 प्रॉफिट होया। दोबारा सुनो, हाउ मच अमाउंट इज इन्वेस्टेड बाय द फर्म टू गेट टू, और वी कैन से टू अर्न 72,000 दैट इज एक्चुअल एवरेज प्रॉफिट। लिसन मी अगेन कि जेड़ा तुसी एक्चुअल एवरेज प्रॉफिट 72,000 रुपया कमाया है ना, इनू कमान पिछे तुसी इनकी किन्नी कैपिटलाइज्ड वैल्यू लगी होनी है, यानी कि तुसी किन्ने पैसे लगाए होने ने तो तुहानू 72,000 का प्रॉफिट होया है। असी वो निकालना है। तो जो कैपिटलाइज वैल्यू निकालनी होवे तो असी रिवर्स कर दईदा, 100 उपर लै जाइदा तो जोड़ा रेट है 10% उन्होंने नीचे लै जाइदा। इनू कट्टन तो बाद ये आ गया 7,20,000। राइट, ठीक है जी। तो नॉर्मल रेट कितना है 10%। इनका मतलब ये होया कि जड़ियाँ बाकी फर्मां ने ना, जड़े बाकी लोग ने, बाकी फर्मां ने वो ना 10% प्रॉफिट कमा रहे ने प्यारे विद्यार्थियों। वो 10% प्रॉफिट कमा रहे हैं तो पैसे किन्ने ला रहे हैं वो असी कढ़े ने कैपिटलाइज्ड वैल्यू। जे उन्होंने 10% प्रॉफिट मिलता है ना, इट मीनस वो 7,20,000 रुपया लगाते पैने बाकी फर्मा वाले। बाकी फर्मा वाले 7,20,000 लगाते पैने। साडी कैपिटल इंपलाइड किन्नी है साडी फर्म की 5,70,000। यानी कि असी जड़ा प्रॉफिट कमाया है ना 72,000 रुपया, असी 5,70,000 रुपया लगा के 72,000 कमाया है। लेकिन बाकी फर्मा वालिया ने 7,20,000 रुपया लगाया है तो नॉर्मल रेट 10% आया है। ठीक है, मित्रों का नाम चलता है। वेखो असी लगाए 5,70,000, लोगों ने लगाया 7,20,000। इनका मतलब असी क्वालिटी दे रहे हैं, चंगा प्रोडक्ट दे रहे हैं, तद तो सानू साडी कैपिटल इंपलाइड साडे पैसे थोड़े लगे ने। तो फिर गुडविल किंदे बराबर होएगी, गुडविल इज इक्वल टू किंदे बराबर होएगी, कैपिटलाइज्ड वैल्यू, कैपिटलाइज्ड वैल्यू, कैपिटलाइज्ड वैल्यू ऑफ एवरेज प्रॉफिट्स माइनस जिन्ने पैसे साडे लगे ने, माइनस नैट वर्थ या कैपिटल इंपलाइड, इको गल ही है। नैट इत्थे नैट एसड भी लिख सकते हैं, इत्थे नैट वर्थ भी लिख सकते हैं, इत्थे कैपिटल इंपलाइड भी लिख सकते हैं। राइट, तो लोगों ने किन्ने पैसे लगाए ने 7,20,000, असी किन्ने लगाए 5,70,000। तो जोड़ा डिफरेंस आया दैट विल बी गुडविल 1,50,000। मैं उम्मीद करदा कि तुसी इस गल नूं चंगी तरह नाल भली भांति समझ गए होगे।
Again we will repeat. I would like to say that first of all we will calculate capital employed. Capital employed is equal to assets minus liability. Here assets are 9,70,000 and liabilities 4 lakh. So capital employed will be 5 lakh and 70,000. Now we will calculate capitalized value of average profit. Average profit is given. Now normal rate of return is also given. Then we will calculate capitalized value of average profit. Capitalized value of average profit is 7,20,000. It means other firms, they are in market, they capitalized, we can say कि their capital employed is 7,20,000, but our capital employed is 5,70,000. Now we will calculate goodwill. Goodwill will be capitalized value of average profit minus net worth. Net worth other name is capital employed. Capital employed is that amount which is invested by our firm. Jab we can say by S. So here goodwill will be 1,50,000. Students, I am hopeful कि all concept is clear. ਅਸੀਂ ਦੁਬਾਰਾ ਇਹਦੇ ਨਾਲ ਦਾ ਇੱਕ ਕੱਲ ਕੁਐਸਚਨ ਹੋਰ ਕਰਾਂਗੇ। ਜਿਨ੍ਹਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬੇਟਾ ਜਲਦੀ ਕਰ ਦਿਓ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਮੈਂ ਤੁਹਾਡੇ ਕਾਫੀ ਸਾਰੇ 13 ਗਰੁੱਪ ਬਣਾਏ ਹੋਏ ਨੇ, ਘੱਟੋ ਘੱਟ ਬॉयਜ਼ ਤੇ ਗਰਲਸ ਦੇ। ਘੱਟੋ ਘੱਟ ਤੁਸੀਂ 3500 4000 ਸਟੂਡੈਂਟਸ ਹੋ, ਲੇਕਿਨ ਤੁਸੀਂ ਬਹੁਤ ਘੱਟ ਕਲਾਸ ਲਗਾ ਰਹੇ ਹੋ। ਬੇਟਾ ਜਿਹੜਾ ਗਰੁੱਪ ਦੇ ਵਿੱਚ ਐਵੇਂ ਹੈਗੇ ਨੇ ਬੇਟਾ ਗਰੁੱਪ ਨੂੰ ਕੁਇਟ ਕਰ ਦਿਓ। ਐਵੇਂ ਗਰੁੱਪ ਵਿੱਚ ਐਡ ਹੋਣ ਦਾ ਕੋਈ ਫਾਇਦਾ ਨਹੀਂ। ਸਾਰੇ ਬੱਚੇ ਗਰੁੱਪ ਨੂੰ ਕੁਇਟ ਕਰ ਦਿਓ ਜਿਹੜੇ ਕਲਾਸ ਨਹੀਂ ਲਗਾਉਂਦੇ। ਉੱਥੇ ਥਾਂ ਖਾਲੀ ਹੋਏ, ਹੋਰ ਬੱਚਿਆਂ ਨੂੰ ਐਡ ਕਰਨ ਵਾਲੇ ਬਣੀਏ। ਮੈਂ ਉਮੀਦ ਕਰਦਾ ਤੁਸੀਂ ਬੜੇ ਸਿਆਣੇ ਹੋ। ਜਿਹੜੇ ਬੱਚੇ ਕਲਾਸ ਨਹੀਂ ਲਗਾ ਰਹੇ ਉਹਨਾਂ ਨੂੰ ਮੈਸੇਜ ਲਗਾਓ ਕਿ ਉਹ ਗਰੁੱਪ ਨੂੰ ਛੋੜ ਦੇਣ। ਐਵੇਂ ਗਰੁੱਪ ਵਿੱਚ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ। ਮੈਂ ਉਮੀਦ ਕਰਦਾ ਕਿ ਜਿਹੜਾ ਮੈਂ ਅੱਜ ਲੈਕਚਰ ਲਗਾਇਆ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਨਵੇਂ ਲੈਕਚਰ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇੱਕ ਵਾਰ ਫਿਰ ਜੈ ਹਿੰਦ। ਕੱਲ ਦੁਬਾਰਾ ਮਿਲਾਂਗੇ ਸੇਮ ਟਾਈਮ 8 ਵਜੇ। ਅਗੇਨ ਜੈ ਹਿੰਦ।